Hello students. So today we'll be starting with the next topic IoT value chains. In the previous lecture ਆਪਾਂ ਸਮਝਿਆ ਸੀਗਾ M2M value chains. ਅੱਜ ਆਪਾਂ ਸਮਝਾਂਗੇ IoT value chains. IoT value chain ਨੂੰ ਸਮਝਣ ਤੋਂ ਪਹਿਲਾਂ ਆਪਾਂ M2M value chain ਨੂੰ ਰਿਵਾਈਜ਼ ਕਰਦੇ ਹਾਂ ਕਿ M2M value chain ਕੀ ਸੀ। ਜਿਹੜਾ ਮਸ਼ੀਨ ਟੂ ਮਸ਼ੀਨ ਆਰਕੀਟੈਕਚਰ ਹੈ ਜਿਹਦੇ ਵਿੱਚ 2 ਜਾਂ ਜ਼ਿਆਦਾ ਮਸ਼ੀਨਸ ਕਮਿਊਨੀਕੇਟ ਕਰਦੀਆਂ ਨੇ विदाउट ह्यूमन इंटरफेरेंस ਉਹਦੇ ਵਿੱਚ ਜਿੰਨੇ ਵੀ ਸੀਕੁਐਂਸ ਆਫ ਸਟੈਪਸ ਲੱਗਦੇ ਨੇ ਐਂਡ ਰਿਜ਼ਲਟ ਵਾਸਤੇ ਉਹ ਕੀ ਤੁਹਾਡੀ ਫਾਰਮੂਲੇਟ ਕਰਦੇ ਨੇ ਵੈਲਿਊ ਚੇਨ। ਇਸੇ ਤਰ੍ਹਾਂ IoT ਵੈਲਿਊ ਚੇਨ ਵਿੱਚ ਕੀ ਚੀਜ਼ ਹੈ, ਉਹ ਸਾਰੇ ਸੀਕੁਐਂਸ ਆਫ ਸਟੈਪਸ ਜਾਂ ਸਾਰੀਆਂ ਐਕਟੀਵਿਟੀਜ਼ ਇੱਕ ਸੀਕੁਐਂਸ ਆਰਡਰ ਦੇ ਵਿੱਚ ਜਿਹੜੀਆਂ IoT ਦੇ ਐਂਡ ਪ੍ਰੋਡਕਟ ਨੂੰ ਡਿਵੈਲਪ ਕਰਨ ਦੇ ਵਿੱਚ ਕੰਮ ਆਉਂਦੀਆਂ ਨੇ ਉਹ ਕੀ ਕਹਿਲਾਉਂਦੀਆਂ ਨੇ IoT ਵੈਲਿਊ ਚੇਨ। ਹੁਣ ਇਹਦੇ ਵਿੱਚ ਵੈਲਿਊ ਦਾ ਕੀ ਮਤਲਬ ਹੈ, ਹੁਣ ਜੋ ਤੁਸੀਂ IoT ਪ੍ਰੋਡਕਟ ਬਣਾ ਰਹੇ ਹੋ ਉਹਦੀ ਹਰ ਸਟੈਪ ਜਦ ਆਪਾਂ ਕੁਛ ਕਰ ਰਹੇ ਹਾਂ ਉਹ ਸਟੈਪ ਉਸ ਪ੍ਰੋਡਕਟ ਦੀ ਵੈਲਿਊ ਇਨਕਰੀਜ਼ ਕਰੇ ਤਾਂ ਜੇ ਉਹ ਐਕਟੀਵਿਟੀ ਜਾਂ ਸਟੈਪ ਕੁਛ ਵੈਲਿਊ ਪ੍ਰੋਵਾਈਡ ਕਰ ਰਿਹਾ ਤੁਹਾਡੇ ਪ੍ਰੋਡਕਟ ਨੂੰ। ਵੈਲਿਊ ਕਿਸ ਸੈਂਸ ਵਿੱਚ ਹੋ ਸਕਦੀ ਹੈ, ਮੇ ਬੀ ਉਸ ਪ੍ਰੋਡਕਟ ਦੀ ਇਕਨੋਮਿਕ ਵੈਲਿਊ ਹੈ। ਮਤਲਬ ਤੁਸੀਂ ਉਹ ਸਟੈਪ ਕੀਤਾ, ਜਿਵੇਂ ਤੁਹਾਡੇ ਕੋਲ ਚਾਕਲੇਟ ਦੀ ਆਪਾਂ ਲਾਸਟ ਟਾਈਮ ਐਗਜ਼ਾਮਪਲ ਲਿੱਤੀ ਸੀ, ਤੁਹਾਡੇ ਕੋਲ ਕੋਕੋ ਬੀਨ ਸੀ। ਹੁਣ ਇਕੱਲੇ ਕੋਕੋ ਬੀਨਸ ਤੇ ਜੇ ਆਪਾਂ ਐਂਡ ਪ੍ਰੋਡਕਟ ਚਾਕਲੇਟ ਦੀ ਗੱਲ ਕਰੀਏ ਤਾਂ ਚਾਕਲੇਟ ਦੀ ਜ਼ਿਆਦਾ ਵੈਲਿਊ ਹੈ ਯੂਜ਼ਰ ਦੇ ਸੈਟਿਸਫੈਕਸ਼ਨ ਲੈਵਲ ਵਿੱਚ ਕਿ ਇਹਨੂੰ ਚਾਕਲੇਟ ਜ਼ਿਆਦਾ ਟੇਸਟੀ ਲੱਗੇਗੀ ਕੋਕੋ ਬੀਨਸ ਨਾਲੋਂ। ਕੰਪਨੀ ਨੂੰ ਉਹਦੀ ਇਕਨੋਮਿਕ ਵੈਲਿਊ ਹੈ, ਜੇ ਉਹ ਚਾਕਲੇਟਸ ਵੇਚੂਗੀ ਤਾਂ ਉਹਨੂੰ ਪੈਸੇ ਬਣਨਗੇ। ਤਾਂ ਜਿਹੜੇ ਸਟੈਪਸ ਲੱਗੇ ਉਹ ਚਾਕਲੇਟ ਬਣਾਉਣ ਵਿੱਚ ਹਰ ਸਟੈਪ ਕੁਛ ਵੈਲਿਊ ਐਡ ਕਰ ਰਿਹਾ ਸੀ ਕੋਕੋ ਬੀਨਸ ਵਿੱਚ, ਭਾਵੇਂ ਉਹ ਪ੍ਰੋਸੈਸਿੰਗ ਵਾਲਾ ਸਟੈਪ ਸੀ ਭਾਵੇਂ ਪੈਕੇਜਿੰਗ ਵਾਲਾ ਸਟੈਪ ਸੀ, ਉਹ ਉਹਦੀ ਇੰਪੋਰਟੈਂਸ ਵਧਾ ਰਿਹਾ ਸੀਗਾ, ਉਹ ਉਹਦੀ ਯੂਜ਼ੇਬਿਲਿਟੀ ਵਧਾਉਂਦਾ ਪਿਆ ਸੀ। ਇਸੇ ਤਰ੍ਹਾਂ IoT ਵੈਲਿਊ ਚੇਨ ਦੇ ਵਿੱਚ ਸਾਰੇ ਬਲੌਕਸ ਸਾਰੇ ਸਟੈਪਸ ਜਿਹੜੇ ਵੈਲਿਊ ਕ੍ਰੀਏਟ ਕਰਨਗੇ ਉਹ ਕੀ ਕਹਿਲਾਉਣਗੇ, ਤੁਹਾਡੀ IoT ਵੈਲਿਊ ਚੇਨ। ਸੋ the IoT value chain explains the basic building blocks of IoT, how value is created, ਕਿੱਦਾਂ ਉਸ ਪ੍ਰੋਡਕਟ ਦੀ ਅਸੀਂ ਇੰਪੋਰਟੈਂਸ ਵਧਾਉਂਦੇ ਹਾਂ, ਉਹਦੀ ਕਸਟਮਰ ਦੀਆਂ ਨੀਡਸ ਨੂੰ ਸੈਟਿਸਫਾਈ ਕਰਨ ਦੀ ਵੈਲਿਊ ਵਧਾਉਂਦੇ ਹਾਂ, ਕੰਪਨੀ ਵਾਸਤੇ ਉਸ ਪ੍ਰੋਡਕਟ ਤੋਂ ਇਕਨੋਮਿਕ ਰੈਵਨਿਊਜ਼ ਕਿਵੇਂ ਜਨਰੇਟ ਹੋਣਗੇ ਉਹ ਵੈਲਿਊ ਕਿਵੇਂ ਵਧਾਉਂਦੇ ਹਾਂ, ਕਿਹੜੇ ਪਲੇਅਰਸ ਕੀ ਚੀਜ਼ ਰੋਲ ਪਲੇ ਕਰੂਗੀ ਉਹ ਡਿਸਕਸ ਕਰਾਂਗੇ, ਅਤੇ ਉਹ ਸਾਰੇ ਟਾਸਕ ਇੱਕ ਦੂਜੇ ਨਾਲ ਕਿਵੇਂ ਇੰਟਰੈਕਟ ਕਰਦੇ ਨੇ ਵੈਲਿਊ ਡਿਲੀਵਰ ਕਰਨ ਵਾਸਤੇ ਉਹ ਵੇਖਾਂਗੇ। ਤਾਂ ਜਦੋਂ ਆਪਾਂ ਪ੍ਰੀਵੀਅਸ ਲੈਕਚਰਸ ਵਿੱਚ ਵੀ ਡਿਸਕਸ ਕੀਤਾ ਸੀ ਤਾਂ ਆਪਾਂ ਦੇਖਿਆ ਸੀ ਕਿ IoT ਪ੍ਰੋਡਕਟ ਬਣਾਉਣ ਵਾਸਤੇ 4 ਬੇਸਿਕ ਬਿਲਡਿੰਗ ਬਲੌਕਸ ਦੀ ਜ਼ਰੂਰਤ ਸੀ। ਫਸਟ ਬੇਸਿਕ ਬਿਲਡਿੰਗ ਬਲੌਕ ਤੁਹਾਡੇ ਥਿੰਗਸ ਹੁੰਦੀਆਂ ਨੇ, ਮਤਲਬ ਜਿਨ੍ਹਾਂ ਨੂੰ ਤੁਸੀਂ ਸਮਾਰਟ ਬਣਾਉਣਾ ਚਾਹੁੰਦੇ ਹੋ, ਇੰਟੈਲੀਜੈਂਟ ਬਣਾਉਣਾ ਚਾਹੁੰਦੇ ਹੋ। ਫਿਰ ਤੁਹਾਡੀ ਆਉਂਦੀ ਆ ਅਤੇ ਡੇਟਾ ਪ੍ਰੋਸੈਸਿੰਗ ਅਤੇ ਤੁਹਾਡੀ ਡੇਟਾ ਅਨਾਲਿਸਿਸ, ਅਤੇ ਲਾਸਟ ਤੁਹਾਡਾ ਕੀ ਆਉਂਦਾ ਉਹਨੂੰ ਮਾਰਕੀਟ ਕਰਨ ਦਾ। ਤਾਂ ਉਹ ਕਹਿੰਦੇ ਕਿ ਜੇ ਆਪਾਂ IoT ਵੈਲਿਊ ਚੇਨ ਨੂੰ ਇੱਕ ਪਿਰਾਮਿਡ ਵਾਂਗ ਦੇਖੀਏ, ਪਿਰਾਮਿਡ ਕੀ ਹੁੰਦਾ, ਇੱਕ ਟਰਾਇੰਗਲ ਦੀ ਸ਼ੇਪ ਵਿੱਚ, ਤਾਂ ਉਹਦੇ ਬੇਸ 'ਤੇ ਮਤਲਬ ਉਹਦੇ ਬਿਲਕੁਲ ਹੇਠਲੇ ਲੈਵਲ 'ਤੇ IoT ਵੈਲਿਊ ਚੇਨ ਦੇ ਕੀ ਆਉਣਗੇ, ਤੁਹਾਡੇ ਕਨੈਕਟਡ ਡਿਵਾਈਸਿਸ, ਮਤਲਬ ਉਹ ਸਾਰੇ ਆਬਜੈਕਟਸ ਉਹ ਸਾਰੇ ਡਿਵਾਈਸਿਸ ਜਿਹੜੇ ਆਪਸ ਵਿੱਚ ਇੱਕ ਦੂਜੇ ਦੇ ਨਾਲ ਕਮਿਊਨੀਕੇਟ ਕਰਦੇ ਪਏ ਨੇ, ਜਿਹੜੇ ਸਮਾਰਟ ਨੇ। ਉਹ ਕੀ ਹੋ ਸਕਦੇ ਨੇ, ਤੁਹਾਡੇ ਫੋਨਸ ਹੋ ਸਕਦੇ ਨੇ, ਫਿਟਨੈਸ ਬੈਂਡਸ ਹੋ ਸਕਦੇ, ਸਮਾਰਟ ਵਾਚਿਸ ਅੱਜ ਕੱਲ੍ਹ ਆਉਣ ਲੱਗ ਗਈਆਂ ਨਾ, ਇੰਟੈਲੀਜੈਂਟ ਕਾਰਸ ਹੋ ਸਕਦੀਆਂ ਜਿਹੜੀਆਂ ਆਪਣੇ ਆਪ ਕੁਛ ਡਿਸੀਜ਼ਨ ਲੈ ਸਕਦੀਆਂ, ਸਮਾਰਟ ਹੋਮਸ ਜਿਨ੍ਹਾਂ ਵਿੱਚ ਲਾਈਟਸ ਫੋਰ ਐਗਜ਼ਾਮਪਲ ਆਪੇ ਬੰਦ ਹੋ ਰਹੀਆਂ, ਘਰ ਦਾ ਟੈਂਪਰੇਚਰ ਆਪੇ ਸੈੱਟ ਹੋ ਰਿਹਾ ਹੈ, ਹੋਰ ਬਹੁਤ ਸਾਰੀ ਫੰਕਸ਼ਨੈਲਿਟੀ ਹੈ, ਅਤੇ ਹੋਰ ਬਹੁਤ ਸਾਰੇ ਡਿਵਾਈਸਿਸ ਕੰਜ਼ਿਊਮਰ ਸਾਈਡ 'ਤੇ। ਇੰਡਸਟਰੀ ਦੇ ਵਿੱਚ ਬੇਸ 'ਤੇ ਕੀ ਹੋ ਸਕਦਾ ਤੁਹਾਡੇ ਪਿਰਾਮਿਡ ਦੇ ਉਸ ਟਰਾਇੰਗਲ ਦੇ ਜਿਹੜਾ IoT ਦੀ ਵੈਲਿਊ ਚੇਨ ਬਣਾ ਰਹੇ, ਜੇ ਆਪਾਂ IoT ਵੈਲਿਊ ਚੇਨ ਨੂੰ ਇੱਕ ਟਰਾਇੰਗਲ ਵਾਂਗ ਦੇਖ ਰਹੇ ਤਾਂ ਉਹ ਕੀ ਹੋਣਗੇ, ਤੁਹਾਡੇ ਸੈਂਸਰਸ ਜਿਹੜੇ ਡਾਟਾ ਸੈਂਸ ਕਰਨਗੇ, ਸਮਾਰਟ ਸਿਟੀਜ਼ ਅਤੇ ਕਨੈਕਟਡ ਫੈਕਟਰੀਜ਼ ਫੋਰ ਐਗਜ਼ਾਮਪਲ, ਇਹ ਸਭ ਚੀਜ਼ਾਂ ਹੋ ਸਕਦੀਆਂ ਹਨ। ਫਿਰ ਹੁਣ ਤੁਹਾਡੇ ਕੋਲ ਡਿਵਾਈਸਿਸ ਆ ਗਏ ਤਾਂ ਉਹਦੇ ਉਤਲੇ ਲੈਵਲ 'ਤੇ ਕੀ ਹੋਊਗਾ, ਉਹ ਸਾਰੀ ਵਾਇਰਲੈਸ ਨੈਟਵਰਕ ਅਤੇ ਕਨੈਕਟੀਵਿਟੀ ਜਿਹਨੂੰ ਯੂਜ਼ ਕਰਕੇ ਆਪਾਂ ਇਹ ਡਿਵਾਈਸਿਸ ਨੂੰ ਕੀ ਕੀਤਾ ਹੈ, ਇੱਕ ਦੂਜੇ ਦੇ ਨਾਲ ਕਨੈਕਟ ਕੀਤਾ ਹੈ। ਇੱਥੇ ਤੁਹਾਡੇ ਉਹ ਸਰਵਿਸ ਪ੍ਰੋਵਾਈਡਰਸ ਵੀ ਆਉਣਗੇ ਜਿਹੜੀ ਤੁਹਾਨੂੰ ਉਹ ਵਾਇਰਲੈਸ ਕਨੈਕਟੀਵਿਟੀ ਦਿੰਦੇ ਨੇ। ਤਾਂ ਫਾਈਨਲੀ ਟੌਪ 'ਤੇ ਕੀ ਆਊਗਾ, ਹੁਣ ਅਸੀਂ ਆਪਣੇ ਡਿਵਾਈਸਿਸ ਵੀ ਲੈ ਲਏ, ਉਹਨਾਂ ਨੂੰ ਕਨੈਕਟ ਵੀ ਕਰ ਲਿਆ, ਤਾਂ ਉੱਤੇ ਕੀ ਆਊਗਾ, ਉਹ ਐਪਲੀਕੇਸ਼ਨਸ ਅਤੇ ਸਰਵਿਸਿਜ਼, ਉਹ ਐਂਡ ਪ੍ਰੋਡਕਟਸ ਜਿਹੜੇ ਅਸੀਂ ਇਨ ਦੀ ਐਂਡ ਬਿਜ਼ਨਸਿਸ ਜਾਂ ਕੰਜ਼ਿਊਮਰਸ ਨੂੰ ਦੇਵਾਂਗੇ ਵਰਤਣ ਵਾਸਤੇ। ਤਾਂ IoT ਵੈਲਿਊ ਚੇਨ ਵਿੱਚ ਜੇ ਆਪਾਂ ਇੱਕ ਆਰਡਰ ਵਿੱਚ ਦੇਖੀਏ ਕਿ ਕੀ ਚੀਜ਼ਾਂ ਦੀ ਜ਼ਰੂਰਤ ਹੈ, ਇੱਕ ਪਿਰਾਮਿਡ ਵਾਂਗ ਜੇ ਦੇਖੀਏ ਤਾਂ ਬੇਸ 'ਤੇ ਕੀ ਆਉਣਗੇ, ਕਨੈਕਟਿਡ ਡਿਵਾਈਸਿਸ,
उन्होंने कनैक्ट करने वाली थोड़ी फिर की आऊगी कनैक्टिविटी आऊगी तो फाइनली थोड़ा की आऊगा एंड प्रोडक्ट्स आएंगे। नैक्सट ਆਪਾਂ जे IoT वैल्यू चेन ਨੂੰ एक डायग्राम के थ्रू देखिए तो दिस इज़ दी डायग्राम। ये तुसी टॉप ते तो देखो तो साढ़े को 5 सीक्वेंस ऑफ स्टैप्स ने। सब तो पहला साडा अपना स्टैप आउंदा है इनपुट्स, फिर उहदे उत्ते तुसी नैक्सट की लाउने हो प्रोडक्शन या मैन्युफैक्चरिंग दी ब्लॉक, फिर नैक्सट की लाउने हो प्रोसैसिंग का, फिर नैक्सट की लाउने हो पैकेजिंग का, तो लास्ट विच तुसी की लाउने हो डिस्ट्रीब्यूशन ते मार्केटिंग का बेसिक बिल्डिंग ब्लॉक। हुण लास्ट टाइम वांग जिवें आपां डिस्कस कीता सी अपनियां इनपुट्स की होंदियां ने। इनपुट्स और डाटा होगा जिहड़ा आपां अपने डिवाइसेस नूं दिंदे पे हैं। M2M दे केस विच साडियां इनपुट्स की सी बहुत सिंपल सीगियां, आपां उहदे विच सिर्फ डाटा दी गल कीती सी। बट IoT दे केस विच इनपुट्स वेरीअस फॉर्म्स विच हो सकते हैं। वो थोड़े डिवाइसेस या सेंसर्स हो सकते हैं जिहड़ा डेटा थोड़ा सेंस करनगे ते डिवाइसिस तो अगे भेजणगे क्लाउड नूं। वो थोड़ा ओपन डेटा हो सकता। ओपन डेटा का की मतलब है कि जिहड़ा डेटा फ्रीली अवेलेबल है उन्होंने कोई भी यूज़ कर सकता है। इदा इंटरनेट पर भी बहुत सारा फ्रीली अवेलेबल डेटा होंदा है। एग्जाम्पल उन्होंने दी हुई जिवें गूगल मैप, सिटी मैप्स, ये फ्री ऑफ कॉस्ट डेटा है जिन्होंने कोई भी मतलब थोड़ा डिवाइस यूज़ कर सकता। फॉर एग्जाम्पल कनैक्टिड कार्स यूज़ कर सकते हैं जे उन्होंने इनू यूज़ करना है देखने वास्ते कि केड़ा रूट फॉलो किया जाए। तो ओपन डेटा का की मतलब है वो डेटा जो फ्री ऑफ कॉस्ट अवेलेबल है जिन्हों कोई भी यूज़ कर सकता, वो तुहानूं पे नहीं करना पऊगा। नैक्सट थोड़ा आ सकता है ऑपरेशनल सपोर्ट सिस्टम्स या बिजनेस सपोर्ट सिस्टम्स तो इनपुट डाटा। ये किहड़ा डेटा है जिहड़ा थोड़ा कंपनीज दे कोल हुंदा। फॉर एग्जाम्पल अपने फोन नंबर, फोन्स नूं यूज़ करन दा डाटा, जिमें कि थोड़ा डाटा थोड़ा की आया फोन कंपनीज कोल हुंदा है, वो डाटा तुसी अगे भेज सकते हो दूसरी कंपनीज नूं जिहड़ा देखणगे कि तो ये फोन नंबर है। तुहानूं प्रमोशनल मैसेजेस आउंदे रहिंदे ने, वो मैसेजेस तुसी मतलब कई बार अवॉइड भी करते हो। मैसेजेस की है कंपनीज ने नंबर्स थोड़े अगे दूजे कंपनीज नूं दिते होंदे ने ताकि वो थोड़ा डाटा यूज़ करके तुहानूं अपना प्रोडक्ट प्रमोट कर सकन। फिर थोड़े होंदे ने कॉर्पोरेट डेटाबेसिस। कॉर्पोरेट डेटाबेसिस की ने थोड़े बिजनेसिस ने बिजनेसिस विच की हुंदा जिवें तुहाडियां कंपनीज ने, वो कंपनीज ने अपने सारे इंप्लॉयज़ का डाटा स्टोर किया हुंदा है कि वो जिवें इंप्लॉयज़ की एज, उन्हां दी एड्रैसिस, ये सारा डेटा। तो वो डेटा भी थोड़े की हो सकते हैं IoT के डिवाइसिस यूज़ कर सकते हैं। जिहड़ा डेटा थोड़ी कंपनीज कोल हुंदा उन्होंने अपना डेटा बेस बिल्ड किया हुंदा है। तो फर्स्ट स्टैप विच IoT जब तुसीं प्रोडक्ट बना रहे हो तो थोड़ा डेटा आ रहा है ये वेरीअस सोर्सिस तो, सेंसर्स तो, ओपन डेटा जिहड़ा फ्री ऑफ कॉस्ट है, ऑपरेशनल या बिजनेस सपोर्ट डेटा तो कॉर्पोरेट डेटाबेसिस का। फिर नैक्सट थोड़ा स्टैप आता प्रोडक्शन या मैन्युफैक्चरिंग। प्रोडक्शन या मैन्युफैक्चरिंग आप पिछली बार भी M2M वैल्यू चेन दे विच डिस्कस किया कि प्रोडक्शन या मैन्युफैक्चरिंग का की मतलब है कि आप अपने डाटा नूं टैग कर रहे हैं या वेरीफाई कर रहे हैं। हुण उस दा की मतलब है टैग कर रहे हैं या वेरीफाई कर रहे हैं कि आप डाटा नूं एक तरह के डाटा नूं इकट्ठा करते पे हैं। फॉर एग्जाम्पल जो थोड़ा बिजनेस है, थोड़े इंप्लॉयज़ का रिकॉर्ड है, तुसी एज वाले सारे डाटा वक्-वक् नूं इकट्ठा कर लिया, सारे इंप्लॉयज़ की एज नूं इकट्ठा कर लिया, फिर तुसी उदां दे एड्रैसिस नूं एक जगह इकट्ठा कर लिया। तो अपने आप डाटा नूं टैग करते पे हैं तो जिहड़ा रेलिवेंट डाटा आइटम्स आ उन्होंने की करते पे हैं एक दूसरे नाल लिंक करते पे। हुण इस टैगिंग दे विच थोड़ी की यूज़ हो सकती है एसेट इनफॉर्मेशन। एसेट की हुंदे ने फॉर एग्जाम्पल तुसी एक ट्रक भेजा जिहदे विच थोड़े फ्लावर्स भेज रहे सीगे तुसी। हुण तुसी देखना चाहुंदे हो कि थोड़े फ्लावर्स का टैंपरेचर एक पर्टिकुलर टैंपरेचर ते सैट होवे ताकि वो फ्लावर्स मुरझाउण ना। हुण हाउ कैन यू चैक दिस? यू आर सिटिंग एट वन प्लेस तो तुहाडा ट्रक दूसरी जगह जांदा पिया तो हुण राह विच किद्दां चैक करोगे? मे बी थोड़े कोल इदां दा डिवाइस है जिहड़ा तुसी इंस्टॉल करता तो तुहानूं डाटा भेजदा पिया है ट्रक के टैंपरेचर का। तो जो थोनों लगे कि टैंपरेचर इस वेले ज़्यादा हाई हो गया तो तुसी ड्राइवर नूं मैसेज भेज सकते हो कि टैंपरेचर हाई है, उन्होंने रीसैट करो। मे बी या तुसी उत्थे बैठे बैठे ही डाटा मैसेज द्वारा भेज सकते हो उस डिवाइस नूं तो ऑटोमैटिकली उन्होंने
ਸੈੱਟ ਕਰ ਲੂਗਾ। ਤਾਂ ਇਸ ਤਰ੍ਹਾਂ ਦੀ ਐਸੈਟ ਇਨਫੋਰਮੇਸ਼ਨ ਹੋ ਸਕਦੀ ਹੈ ਜਿਸ ਨੂੰ ਤੁਸੀਂ ਕਲੱਬ ਕਰਨਾ ਚਾਹੋਗੇ। ਫਿਰ ਤੁਹਾਡੇ ਓਪਨ ਡੇਟਾ ਸੈਟਸ ਦਾ ਹੋ ਸਕਦਾ, ਜਿਵੇਂ ਕਿ ਆਪਾਂ ਡਿਸਕਸ ਕੀਤਾ ਗੂਗਲ ਮੈਪਸ ਜਾਂ ਰੇਲਵੇ ਟਾਈਮ ਟੇਬਲ ਜਿਹੜੇ ਔਨਲਾਈਨ ਅਵੇਲੇਬਲ ਹੁੰਦੇ ਨੇ, ਜਾਂ ਕੁਛ ਜੋਗ੍ਰਾਫਿਕਲ ਲੋਕੇਸ਼ਨਸ ਦਾ ਡਾਟਾ, ਕੰਟਰੀਜ਼ ਦਾ ਡਾਟਾ ਵਿਚ ਇਜ਼ ਅਵੇਲੇਬਲ। ਨੈਟਵਰਕ ਇਨਫੋਰਮੇਸ਼ਨ ਹੋ ਸਕਦੀ ਹੈ। ਨੈਟਵਰਕ ਇਨਫੋਰਮੇਸ਼ਨ ਕੀ ਹੈ, ਜਿਵੇਂ ਆਪਾਂ ਆਪਣੇ GPS ਸਿਸਟਮਸ ਮੋਬਾਈਲ ਫੋਨਸ ਦੇ ਵਿੱਚ ਯੂਜ਼ ਕਰਦੇ ਜੋ ਦੱਸਦੇ ਰਹਿੰਦੇ ਕਿ ਆਪਾਂ ਕਿਸ ਰਾਹ 'ਤੇ ਜਾਣਾ ਹੈ। ਜਿਵੇਂ ਆਪਾਂ ਕਈ ਵਾਰ ਕਹਿੰਦੇ ਨਾ GPS ਲਾ ਲਓ, ਇਸ ਜਗ੍ਹਾ ਤੋਂ ਇੱਥੇ ਪਹੁੰਚੀਏ, ਤਾਂ ਉਹ GPS ਡਾਟਾ ਤੁਹਾਡਾ ਹੋ ਸਕਦਾ ਜਿਹੜਾ ਡਿਲੀਵਰ ਹੁੰਦਾ ਪਿਆ ਤੁਹਾਡੇ ਮੋਬਾਈਲ ਫੋਨ ਨੂੰ। ਕਾਰਪੋਰੇਟ ਇਨਫੋਰਮੇਸ਼ਨ ਹੋ ਸਕਦੀ ਹੈ। ਕਾਰਪੋਰੇਟ ਇਨਫੋਰਮੇਸ਼ਨ ਦਾ ਕੀ ਮਤਲਬ ਹੈ ਕਿ ਕੰਪਨੀ ਇੱਦਾਂ ਦਾ ਡਾਟਾ ਇਕੱਠਾ ਕਰਦੀ ਪਈ ਹੈ ਕਿਸੇ ਇੱਕ ਪਰਟੀਕੂਲਰ ਪ੍ਰੋਡਕਟ ਦੇ ਵਾਸਤੇ ਜਿਹੜਾ ਉਹਨੇ ਬਣਾਇਆ ਹੈ, ਤਾਂ ਕਿ ਉਹ ਦੇਖ ਸਕੇ ਕਿ ਉਸ ਪ੍ਰੋਡਕਟ ਦੀ ਕਿੰਨੀ ਸੇਲ ਹੈ, ਕਸਟਮਰਸ ਉਹਦੇ ਬਾਰੇ ਕੀ ਫੀਡਬੈਕ ਦਿੰਦੇ ਪਏ ਨੇ, ਉਹਨੂੰ ਕਿੱਦਾਂ ਮੋਡੀਫਾਈ ਕਰਨ ਦੀ ਜ਼ਰੂਰਤ ਹੈ। ਤਾਂ IoT ਦੇ ਵਿੱਚ ਇੱਦਾਂ ਬਹੁਤ ਡਿਫਰੈਂਟ ਕਾਈਂਡਸ ਆਫ ਡੇਟਾ ਆ ਰਹੇ। ਹੁਣ ਇਹ ਡਿਫਰੈਂਟ ਕਾਈਂਡਸ ਆਫ ਡੇਟਾ ਕਿਉਂ ਆ ਰਿਹਾ, ਵਿਚ ਨੀਡਸ ਟੂ ਬੀ ਅੰਡਰਸਟੈਂਡ। ਜਦੋਂ ਆਪਾਂ M2M ਦੀ ਗੱਲ ਕਰਦੇ ਹਾਂ ਤਾਂ ਆਪਾਂ ਸਿਰਫ ਗੱਲ ਕਰਦੇ ਹਾਂ ਕਿ ਇੱਕ ਸਪੈਸੀਫਿਕ ਐਪਲੀਕੇਸ਼ਨ ਦੀ, 2 ਮਸ਼ੀਨਸ ਜਾਂ 2 ਤੋਂ ਜ਼ਿਆਦਾ ਮਸ਼ੀਨਸ ਆਪਸ ਵਿੱਚ ਕਨੈਕਟਡ ਨੇ ਪਰ ਇੱਕ ਸਪੈਸੀਫਿਕ ਐਪਲੀਕੇਸ਼ਨ ਲਈ। ਬਟ ਇਨ ਕੇਸ ਆਫ IoT ਬਹੁਤ ਸਾਰੀਆਂ ਡਿਫਰੈਂਟ M2M ਐਪਲੀਕੇਸ਼ਨਸ ਆਪਸ ਵਿੱਚ ਕਨੈਕਟਡ ਨੇ। ਕਿਉਂ ਕਨੈਕਟਡ ਨੇ? ਔਨ ਦੀ ਹੋਲ ਇੱਕ ਈਕੋਸਿਸਟਮ, ਇੱਕ ਵੱਡਾ ਲੈਵਲ ਆਫ ਤੁਹਾਨੂੰ ਸਰਵਿਸਿਜ਼ ਪ੍ਰੋਵਾਈਡ ਕਰਨ ਵਾਸਤੇ। ਨੈਕਸਟ ਪ੍ਰੋਡਕਸ਼ਨ ਤੋਂ ਬਾਅਦ ਤੁਹਾਡਾ ਆ ਸਕਦਾ ਪ੍ਰੋਸੈਸਿੰਗ। ਪ੍ਰੋਸੈਸਿੰਗ ਵਿੱਚ ਕੀ ਹੈ, ਜੋ ਆਪਣਾ ਡਾਟਾ ਇਕੱਠਾ ਆਪਾਂ ਕਰ ਲਿਆ ਵੱਖ-ਵੱਖ ਜਗ੍ਹਾ ਤੋਂ, ਉੱਤੇ ਡਿਫਰੈਂਟ ਐਲਗੋਰਿਦਮਸ ਲਾਉਣਾ, ਦੈਟ ਇਜ਼ ਦੀ ਪ੍ਰੋਸੈਸਿੰਗ ਸਟੇਜ। ਦੀ ਡਾਟਾ ਫਰੋਮ ਦੀ ਵੇਰੀਅਸ ਇਨਪੁਟਸ ਫਰੋਮ ਦੀ ਪ੍ਰੋਡਕਸ਼ਨ, ਜੋ ਪ੍ਰੋਡਕਸ਼ਨ 'ਚ ਆਪਾਂ ਡਾਟਾ ਨੂੰ ਟੈਗ ਵੈਰੀਫਾਈ ਕੀਤਾ ਸੀ, ਹੁਣ ਉਹ ਸਭ ਤਰ੍ਹਾਂ ਦੇ ਡਾਟਾ ਨੂੰ ਇਕੱਠਾ ਕਰਕੇ ਉਹਨਾਂ 'ਤੇ ਕੁਛ ਐਲਗੋਰਿਦਮਸ ਲਾਉਣੇ ਤਾਂ ਕਿ ਆਪਾਂ ਕੁਛ ਯੂਜ਼ਫੁਲ ਡਿਸੀਜ਼ਨ ਲੈ ਸਕੀਏ। ਨੈਕਸਟ IoT ਦੇ ਵਿੱਚ ਪੈਕੇਜਿੰਗ ਆਫ ਦੀ ਡੇਟਾ। ਹੁਣ ਸਾਡੇ ਕੋਲ ਡੇਟਾ ਆ ਗਿਆ, ਪੈਕੇਜਿੰਗ ਦਾ ਕੀ ਮਤਲਬ, ਉਹਨੂੰ ਆਪਾਂ ਬਾਰ ਗ੍ਰਾਫਸ, ਚਾਰਟਸ ਜਾਂ ਐਕਸੈਲ ਸ਼ੀਟ, ਸਪਰੈਡਸ਼ੀਟਸ ਦੇ ਫਾਰਮ ਦੇ ਵਿੱਚ ਤਿਆਰ ਕਰਕੇ ਰੱਖੀਏ ਤਾਂ ਕਿ ਕੰਜ਼ਿਊਮਰ, ਇੰਡਸਟਰੀ ਜਾਂ ਬਿਜ਼ਨਸ ਜਿਹਨੂੰ ਵੀ ਉਹਦੀ ਜ਼ਰੂਰਤ ਹੈ ਉਹ ਯੂਜ਼ ਕਰ ਸਕੇ। ਲਾਸਟ ਆਉਂਦਾ ਪੈਕੇਜਿੰਗ। ਹੁਣ ਪੈਕੇਜਿੰਗ ਵਿੱਚ IoT ਦੇ ਵਿੱਚ ਕੀ ਹੋ ਸਕਦਾ ਹੈ, ਐਜ਼ ਵੀ ਸੀ ਕਿ M2M ਦੇ ਵਿੱਚ ਕਿਤੇ ਉਹ ਸੀਗਾ ਆਪਣਾ ਉਹ KitKat ਵਾਲਾ, ਕਿ ਆਪਾਂ ਉਹਨੂੰ ਕੰਬਾਈਨ ਕਰਕੇ ਡੇਟਾ ਨੂੰ ਐਕਸੈਲ ਸ਼ੀਟਸ ਵਗੈਰਾ ਦੇ ਵਿੱਚ ਭੇਜਿਆ। ਹੁਣ ਜਦ ਅਸੀਂ ਮਾਰਕੀਟਿੰਗ ਜਾਂ ਡਿਸਟਰੀਬਿਊਸ਼ਨ ਦੀ ਗੱਲ ਕਰ ਰਹੇ ਹਾਂ ਤਾਂ ਪ੍ਰੋਸੈਸਿੰਗ, ਪੈਕੇਜਿੰਗ ਦੇ ਵਿੱਚ ਤਾਂ ਆਪਾਂ ਦੇਖ ਲਿਆ ਕਿ ਆਪਾਂ ਉਹਨੂੰ ਜਿਵੇਂ ਇਹਦੇ ਵਿੱਚ M2M ਦੇ ਵਿੱਚ ਤਾਂ ਕੀ ਸੀਗਾ ਤੁਹਾਡੇ, ਤੁਸੀਂ ਉਹਨੂੰ ਸਪਰੈਡਸ਼ੀਟ ਵਿੱਚ ਕੀਤਾ, ਐਕਸੈਲ ਸ਼ੀਟਸ ਵਿੱਚ ਕੀਤਾ। ਪਰ IoT ਦੀ ਪੈਕੇਜਿੰਗ ਵਿੱਚ ਕੀ ਹੋਊਗਾ, ਤੁਹਾਨੂੰ ਮੋਰ ਐਡਵਾਂਸਡ ਮੈਥਡਸ ਚਾਹੀਦੇ ਹੋਣਗੇ ਪੈਕੇਜਿੰਗ ਵਾਸਤੇ, ਕਿਉਂਕਿ ਸਾਨੂੰ ਡੇਟਾ ਬਹੁਤ ਡਿਫਰੈਂਟ ਕਾਈਂਡਸ ਆਫ ਸਰਵਿਸਿਜ਼ ਤੋਂ ਆਉਂਦਾ ਪਿਆ। ਲਾਸਟ ਤੁਹਾਡੀ ਆਉਂਦੀ ਹੈ ਮਾਰਕੀਟਿੰਗ ਜਾਂ ਡਿਸਟਰੀਬਿਊਸ਼ਨ। ਮਾਰਕੀਟਿੰਗ ਜਾਂ ਡਿਸਟਰੀਬਿਊਸ਼ਨ ਵਿੱਚ ਕੀ ਹੁੰਦਾ ਹੈ ਕਿ ਹੁਣ ਜੋ ਤੁਸੀਂ ਆਪਣੀ ਇਨਫੋਰਮੇਸ਼ਨ ਪ੍ਰੋਡਕਟ ਬਣਾਇਆ, ਕਿਸ ਤਰ੍ਹਾਂ ਦਾ ਪ੍ਰੋਡਕਟ ਬਣਾਇਆ, ਇਨਫੋਰਮੇਸ਼ਨ ਪ੍ਰੋਡਕਟ, ਮਤਲਬ ਉਹ ਕੁਛ ਇਨਫੋਰਮੇਸ਼ਨ ਦਿੰਦਾ ਪਿਆ ਹੋਊਗਾ ਬਿਜ਼ਨਸ ਨੂੰ ਜਾਂ ਯੂਜ਼ਰਸ ਨੂੰ। ਹੁਣ ਉਹ ਕਿੱਦਾਂ ਦੇ ਇਨਫੋਰਮੇਸ਼ਨ ਪ੍ਰੋਡਕਟਸ ਹੋ ਸਕਦੇ ਨੇ, ਇਨਫੋਰਮੇਸ਼ਨ ਪ੍ਰੋਡਕਟਸ ਫॉर ਇੰਪਰੂਵਿੰਗ ਦੀ ਇੰਟਰਨਲ ਡਿਸੀਜਨ ਮੇਕਿੰਗ ਜਾਂ ਇਨਫੋਰਮੇਸ਼ਨ ਪ੍ਰੋਡਕਟਸ ਫॉर ਰੀਸੇਲ ਟੂ ਅਦਰ ਇਕਨੋਮਿਕ ਐਕਟਰਸ। ਹੁਣ ਫॉर ਇੰਪਰੂਵਿੰਗ ਇੰਟਰਨਲ ਡਿਸੀਜਨ ਮੇਕਿੰਗ ਦਾ ਕੀ ਮਤਲਬ ਹੈ ਕਿ ਆਪਾਂ ਇੱਕ ਇੰਡਸਟਰੀ ਹੈ, ਇੱਕ ਬਿਜ਼ਨਸ ਹੈ, ਇੱਕ ਕੰਪਨੀ ਹੈ, ਉਸ ਕੰਪਨੀ ਦੇ ਵਿੱਚ ਉਹ ਡਾਟਾ ਯੂਜ਼ ਹੋਊਗਾ ਕੁਛ ਨਵਾਂ ਡਿਸੀਜਨ ਲੈਣ ਵਾਸਤੇ ਜਾਂ ਜੋ ਆਲਰੇਡੀ ਡਿਸੀਜਨ ਲਿੱਤਾ ਸੀ ਉਹਨੂੰ ਇੰਪਰੂਵ ਕਰਨ ਵਾਸਤੇ। ਅਤੇ ਦੂਸਰੀ ਤਰ੍ਹਾਂ ਦੇ ਇਨਫੋਰਮੇਸ਼ਨ ਪ੍ਰੋਡਕਟਸ ਕੀ ਹੋ ਸਕਦੇ ਨੇ, ਜਿਹੜੇ ਆਪਾਂ ਸੇਲ ਕਰ ਸਕਦੇ ਹਾਂ ਆਪਣੇ ਪ੍ਰੋਫਿਟਸ ਵਾਸਤੇ। ਤਾਂ ਦੀਜ਼ ਆਰ ਦੀ ਵੇਰੀਅਸ ਸਟੈਪਸ ਜਿਹੜੀ IoT ਵੈਲਿਊ ਚੇਨ ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ, ਸਟਾਰਟਿੰਗ ਫਰੋਮ ਇਨਪੁਟ, ਜਿੱਥੇ ਇਨਪੁਟਸ ਇੱਥੇ ਵਾਈਡਰ ਲੈਵਲ 'ਤੇ ਹੈ ਦੈਨ ਦੀ M2M ਵੈਲਿਊ ਚੇਨ। ਫਿਰ ਤੁਹਾਡੀ ਸੇਮ ਸਟੈਪਸ ਪ੍ਰੋਡਕਸ਼ਨ, ਪ੍ਰੋਸੈਸਿੰਗ, ਪੈਕੇਜਿੰਗ ਅਤੇ ਫਾਈਨਲੀ ਮਾਰਕੀਟਿੰਗ। ਹੁਣ ਆਪਾਂ IoT ਪ੍ਰੋਡਕਟ ਨੂੰ ਮਾਰਕੀਟ ਕਰਨਾ ਹੈ, ਬਟ IoT ਦਾ ਸਾਰਾ ਬੇਸਿਸ ਕਿਤੇ ਬੇਸਡ ਹੈ, ਜੋ ਡਾਟਾ ਕਲੈਕਟ ਕੀਤਾ ਉਸ ਡਾਟਾ ਨੂੰ ਐਨਾਲਾਈਜ਼ ਕੀਤਾ ਅਤੇ ਐਨਾਲਾਈਜ਼ ਕਰਕੇ ਤੁਸੀਂ ਕੁਛ ਡਿਸੀਜਨ ਲਿੱਤਾ। ਤਾਂ ਆਹ ਜਿਹੜੇ ਸੀਕੁਐਂਸ ਆਫ ਸਟੈਪਸ ਲੱਗਦੇ ਨੇ ਜੋ ਤੁਹਾਡੇ ਨੋਰਮਲ ਡਾਟਾ ਦੀ ਵੈਲਿਊ ਇਨਕਰੀਜ਼ ਕਰਦੇ ਨੇ, ਉਹ ਸਾਰੇ ਫਿਰ ਕਿਹਦਾ ਪਾਰਟ ਬਣਨਗੇ, ਵੈਲਿਊ ਚੇਨ ਦਾ। ਥੈਂਕ ਯੂ ਸਟੂਡੈਂਟਸ।